पंजाब में 2022 के विधानसभा चुनाव ठीक आज से एक दिन बाद जो लोग हैं अपना मतदान देके लोगों को विधायक बनाएंगे। इस वक्त हम खड़े हैं चंडीगढ़ प्रेस क्लब में, जहां बलविंदर सिंह सेखों हैं जिन्होंने उनसे बातचीत करेंगे। सर, सबसे पहले क्या कारण है आज प्रेस कॉन्फ्रेंस करने का? देखो जी, मैं ਪ੍ਰੈਸ ਕਲੱਬ ਦੇ ਵਿੱਚ ਜਿਹੜੀ ਕਾਨਫਰੰਸ ਹੈ ਕਾਫੀ ਦੇਰ ਤੋਂ ਮਤਲਬ ਆਪਣੇ ਪਹਿਲਿਆਂ ਦੀ ਇੰਟਰਵਿਊਜ਼ 'ਚ ਬੋਲਦਾ ਹਾਂ ਕਿ 18 ਤਰੀਕ ਨੂੰ ਜਦੋਂ ਕਿ ਇਲੈਕਸ਼ਨ ਬਿਲਕੁਲ ਨੇੜੇ ਹੋਊਗਾ ਤੇ ਜਿਹੜੇ ਸਿਆਸੀ ਲੋਕ ਹੈਗੇ ਆ ਜਿਹੜੇ ਹਰ ਵਾਰ ਸਾਜ਼ਿਸ਼ਾਂ ਕਰਕੇ ਸਾਡੇ ਭੋਲੇ ਭਾਲੇ ਪੰਜਾਬ ਦੇ ਲੋਕਾਂ ਨੂੰ ਠੱਗਦੇ ਆ, ਜਿਸ ਤਰ੍ਹਾਂ ਦੀ ਪਲੈਨਿੰਗਸ ਇਹਨਾਂ ਦੀ ਹੁੰਦੀਆਂ ਉਹਨਾਂ ਨੂੰ ਐਕਸਪੋਜ਼ ਕਰੀਏ ਜਿੰਨਾ ਸਾਡੀ ਬੁੱਧੀ ਮੁਤਾਬਕ ਕੋਈ ਚੀਜ਼ਾਂ ਦਿਖਾਈ ਦੇ ਰਹੀਆਂ ਜਿਹੜੀਆਂ ਆਮ ਲੋਕਾਂ ਤੱਕ ਨਹੀਂ ਪਹੁੰਚਦੀਆਂ। ਉਹ ਉਸ ਵਾਸਤੇ ਮੈਂ ਦਿਨ ਚੁਣਿਆ ਸੀ, ਕਿਉਂਕਿ ਜੇ ਇਹ ਚੀਜ਼ਾਂ ਪਹਿਲਾਂ ਐਕਸਪੋਜ਼ ਹੁੰਦੀਆਂ ਫਿਰ ਇਹਨਾਂ ਕੋਲ ਇਲਾਜ ਹੁੰਦੇ ਹਰ ਚੀਜ਼ ਦੇ। ਉਹ ਸਭ ਤੋਂ ਵੱਡਾ ਮੁੱਦਾ ਮੇਰਾ ਅੱਜ ਗੱਲ ਕਰਨ ਦਾ ਇੱਥੇ ਆਉਣ ਦਾ ਇਹ ਸੀ ਕਿ ਇੱਥੇ ਇੱਥੋਂ ਦਾ ਪ੍ਰੈਸ ਜਿਹੜਾ ਹੈਗਾ, ਜਿਹੜਾ ਪ੍ਰੈਸ ਕਲੱਬ ਚੰਡੀਗੜ੍ਹ ਹੈ, ਇੱਥੋਂ ਦੀ ਪ੍ਰੈਸ ਜਿਹੜੀ ਹੈਗੀ ਹੈ ਦੂਰ ਤੱਕ ਆਵਾਜ਼ ਜਾਂਦੀ ਹੈ। ਪਰ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਇੱਥੇ ਵੀ ਅੱਜ ਕਿਤੇ ਕੋਈ ਚੰਨੀ ਦੀ ਪ੍ਰੈਸ ਕਾਨਫਰੰਸ ਚੱਲ ਰਹੀ ਹੈ, ਕਿਤੇ ਹੋਰ ਠੱਗਾਂ ਦੀ ਦੁਕਾਨ ਖੁੱਲ੍ਹੀ ਹੋਈ ਹੈ, ਉਸ ਪਾਸੇ ਸਾਰੀ ਪ੍ਰੈਸ ਭੱਜੀ ਹੋਈ ਹੈ। 2-3 ਲੋਕ ਇੱਥੇ ਆਏ ਸੀ, ਪਰ ਫਿਰ ਵੀ ਮੈਂ ਆਪਣੇ ਪੇਜ 'ਤੇ ਲਾਈਵ ਹੋ ਕੇ ਕੁਛ ਪਹਿਲਾਂ ਗੱਲ ਕਰ ਚੁੱਕਿਆ। ਉਹੀ ਹੀ ਤੁਹਾਡੇ ਥਰੂ ਮੈਸੇਜ ਇੱਕ ਪੰਜਾਬ ਦੇ ਲੋਕਾਂ ਨੂੰ ਦੇਣਾ ਚਾਹੁੰਦਾ ਕਿ ਪਰਸੋਂ 20 ਤਰੀਕ ਨੂੰ ਵੋਟਿੰਗ ਹੈ। ਇਹਨਾਂ ਨੇ ਜਿਹੜਾ ਪਲਾਨ ਕੀਤਾ ਹੋਇਆ ਉਹ ਥੋੜ੍ਹੀ 60% 65% ਵੋਟਿੰਗ ਦੇ ਪਲਾਨ ਨਾਲ ਇਹਨਾਂ ਨੇ ਸਾਰੀ ਤਿਆਰੀ ਕੀਤੀ ਹੋਈ ਹੈ। ਅਸੀਂ ਜਾਗ ਕੇ ਵੱਧ ਤੋਂ ਵੱਧ ਵੋਟ ਪਾਈਏ। ਮੇਰੀ ਤਾਂ ਇਹ ਬੇਨਤੀ ਹੈ ਕਿ 100% ਵੋਟ ਪੋਲ ਹੋਵੇ। ਚਲੋ 100% ਵੋਟ ਜਿਹੜੀ ਹੁੰਦੀ ਹੈ ਕਹਿਣਾ ਮੇਰਾ ਫਰਜ਼ ਬਣਦਾ, ਅਤੇ ਇਸ ਨੂੰ ਜੇ ਜਾਗਰੂਕਤਾ ਲੋਕਾਂ 'ਚ ਆਈ ਹੈ, ਮੇਰੀ ਆਵਾਜ਼ ਦੂਰ ਤੱਕ ਜਾ ਰਹੀ ਹੈ, ਤਾਂ ਜੇ ਵੋਟ ਇਸ ਤੋਂ ਵੱਧ ਹੋਊਗੀ ਤਾਂ ਇਹ ਕਿਹੜਾ ਅੰਡਰ ਕਰੰਟ ਦਾ ਰੁਝਾਨ ਹੁੰਦਾ, ਜੋ ਲੋਕਾਂ ਦੀ ਆਵਾਜ਼ ਜੋ ਜਿਵੇਂ ਲੋਕ ਚਾਹੁੰਦੇ ਹੁੰਦੇ ਆ ਉਸ ਪਾਸੇ ਵੱਲ ਨੂੰ ਜਾਂਦੀ ਹੁੰਦੀ ਹੈ। ਇੱਕ ਤਾਂ ਜਿਹੜਾ ਵੀ ਰਿਜ਼ਲਟ ਆਉਣਗੇ ਡਿਫਰੈਂਟ ਆਉਣਗੇ, ਇਹਨਾਂ ਦੀ ਪਲੈਨਿੰਗ ਤੋਂ ਹਟ ਕੇ ਆਉਣਗੇ, ਕਿਸੇ ਦੇ ਫੇਵਰ 'ਚ ਵੀ ਹੋ ਸਕਦੇ, ਕਿਸੇ ਅਗੇਂਸਟ ਵੀ ਹੋ ਸਕਦੇ। ਉਹਦੇ ਨਾਲ ਮੇਰਾ ਕੋਈ ਕੰਸਰਨ ਨਹੀਂ, ਕਿਉਂਕਿ ਮੈਂ ਇਹ ਨਹੀਂ ਕਹਿ ਰਿਹਾ ਕਿ ਵੋਟ ਕਿਹਨੂੰ ਕਰੋ, ਮੈਂ ਸਿਰਫ ਪਰਸੈਂਟੇਜ ਦੀ ਗੱਲ ਕਰ ਰਿਹਾ। ਜਿਹਨੂੰ ਵੋਟ ਪਾਉਣੀ ਪਾਓ। ਚਿਹਰੇ ਸਾਡੇ ਕੋਲ ਚੰਗੇ ਹੈ ਹੀ ਨਹੀਂ ਹੈ, ਠੀਕ ਹੈ। ਇਸ ਕਰਕੇ ਜੇ ਮੈਂ ਦੂਸਰੀ ਅਪੀਲ ਕਰਦਾ ਤਾਂ ਉਹ ਕਹਿੰਦਾ ਵੀ ਆਪਦੇ ਇਲਾਕੇ ਦੇ ਵਿੱਚ ਕੋਈ ਆਜ਼ਾਦ ਉਮੀਦਵਾਰ ਚੰਗਾ ਖੜਾ ਹੈ ਤਾਂ ਉਹਨੂੰ ਵੋਟ ਕਰੋ। ਪੋਲੀਟੀਕਲ ਪਾਰਟੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਸਾਰਿਆਂ ਦੇ ਜਿਹੜੇ ਚਿਹਰੇ ਆ ਉਹ ਬਿਲਕੁਲ ਠੀਕ ਨਹੀਂ ਹੈਗੇ। ਕਿਸਾਨ ਅੰਦੋਲਨ ਵਿੱਚੋਂ ਵੀ ਜੋ ਚੀਜ਼ ਨਿਕਲੀ ਹੈ ਉਹ ਸਾਡੇ ਕਿਸੇ ਕੰਮ ਦੀ ਅੱਜ ਦਿਖਾਈ ਦਿੰਦੀ, ਕਿਉਂਕਿ ਚਿਹਰੇ ਵਿਕੇ ਹੋਏ ਆ। ਤੋ ਮੇਰੀ ਬੇਨਤੀ ਹੈ ਕਿ 100% ਵੋਟ ਪੋਲਿੰਗ ਦੀ ਜਿਹੜੀ ਇਹ ਬੇਨਤੀ ਜੇ ਪੰਜਾਬੀ ਕਬੂਲ ਕਰਦੇ ਆ ਤਾਂ ਫਿਰ ਇੱਕ ਬਹੁਤ ਵੱਡੀ ਚੇਂਜ ਜਿਹੜੀ ਹੈਗੀ ਹੈ, ਜੋ ਬਹੁਤ ਵੱਡੇ ਜਿਹੜੇ ਡਿਫਰੈਂਟ ਰਿਜ਼ਲਟ ਜਿਹੜੇ ਇਹਨਾਂ ਨੇ ਸੋਚੇ ਹੋਏ ਆ ਉਹ ਨਹੀਂ ਆਉਣਗੇ। ਜਿਹੜੇ ਆਉਣਗੇ ਉਹ ਪੰਜਾਬ ਦੇ ਲੋਕਾਂ ਦੀ ਆਵਾਜ਼ ਦੇ ਰੂਪ 'ਚ ਆਉਣਗੇ, ਹਿੱਤ 'ਚ ਆਉਣਗੇ ਜਾਂ ਨਹੀਂ ਆਉਣਗੇ ਇਹਦੇ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ, ਕਿਉਂ ਜਿਹੜੇ ਲੋਕ ਵੀ ਅੱਗੇ ਸਟਰੋਂਗਲੀ ਮੰਨ ਲਓ ਇਸ ਅਪੀਲ ਦੇ ਨਾਲ 80% 85% ਵੋਟਿੰਗ ਹੋ ਜਾਂਦੀ ਹੈ, ਕਿਸੇ ਇੱਕ ਚੀਜ਼ ਨੂੰ ਉਹਦਾ ਬਲ ਮਿਲ ਜਾਂਦਾ, ਉਹ ਫਾਇਦਾ ਕਰੇ ਜਾਂ ਨਾ ਕਰੇ, ਪਰ ਲੋਕ ਆਵਾਜ਼ ਜਿਹੜੀ ਹੈਗੀ ਉਸ ਨੂੰ ਸਾਹਮਣੇ ਲੈ ਕੇ ਆਊਗੀ ਲੋਕ ਕੀ ਚਾਹੁੰਦੇ ਸੀਗੇ। ਅਤੇ ਇਸ ਕਰਕੇ ਮੈਂ ਚਾਹੁੰਦਾ ਕਿ ਸਾਡੀ ਆਵਾਜ਼ ਤਾਂ ਪਤਾ ਲੱਗੇ, ਸਾਨੂੰ ਆਪਣਾ ਤਾਂ ਪਤਾ ਲੱਗ ਜਾਏ ਵੀ ਅਸੀਂ ਚਾਹੁੰਦੇ ਕੀ ਹੈਗੇ ਹਾਂ। ਉਹਦੇ 'ਚ ਸਾਡੀ ਵੋਟਿੰਗ ਹੀ ਸਭ ਤੋਂ ਵੱਡੀ ਗੱਲ ਹੁੰਦੀ ਹੈ। ਤਾਂ ਮੈਂ ਬੇਨਤੀ ਕਰਦਾ ਕਿ 65% ਤੋਂ ਵੱਧ ਜਿੰਨੀ ਵੀ ਵੋਟ ਪਊਗੀ ਉਹ ਮੈਂ ਅੱਜ ਪਹਿਲਾਂ ਤੋਂ ਐਡਵਾਂਸ ਧੰਨਵਾਦ ਕਰੂੰਗਾ, ਕਿ ਮੈਂ ਸੋਚੂੰਗਾ ਕਿ ਪੰਜਾਬ ਦੇ ਲੋਕ ਮੇਰੀ ਇੰਨੀ ਕੁ ਗੱਲ ਸੁਣਨ ਲੱਗ ਪਏ ਹੈ ਕਿ ਇਹ ਮੇਰੀ ਅਪੀਲ ਜਿਹੜੀ ਹੈਗੀ ਲੋਕਾਂ ਦੇ ਮਨਾਂ ਵਿੱਚ ਉਤਰੀ ਹੈ, ਲੋਕਾਂ ਦੇ ਦਿਲਾਂ ਨੂੰ ਇਸ ਚੀਜ਼ ਨੂੰ ਠੀਕ ਸਮਝਿਆ ਅਤੇ ਉਹਨਾਂ ਨੇ ਵੱਧ ਵੋਟ ਕੀਤੀ ਹੈ। ਅਤੇ ਫਿਰ ਆਉਣ ਵਾਲਾ ਸਮਾਂ ਜਿਹੜਾ ਹੈਗਾ ਅਗਲੇ ਮਹੀਨੇ ਜਿਸ ਤਰ੍ਹਾਂ ਦੀ ਵੀ ਇਹ ਪਲਾਨ ਕਰਨਗੇ ਪੋਲੀਟੀਕਲ ਬੰਦੇ, ਅਤੇ ਉਹਦੇ ਜਵਾਬ ਦੇਣ ਵਾਸਤੇ ਇੱਕ ਖੇਤਰੀ ਪਾਰਟੀ ਜਿਹੜੀ ਅੱਜ ਤੱਕ ਪੰਜਾਬ ਦੇ ਵਿੱਚ ਅਣਹੋਂਦ ਹੈ, ਘਾਟ ਹੈ, ਜਿਹੜੀ ਕਿਸੇ ਨੇ ਬਣਾਈ ਨਹੀਂ, ਕਿਉਂਕਿ ਇੱਥੇ ਨਿੱਜੀ ਮੁਫਾਦਾਂ ਤੋਂ ਲੋਕ ਉੱਪਰ ਨਹੀਂ ਉੱਠੇ ਅਤੇ ਦਿੱਲੀ ਦਾ ਜਿਹੜਾ ਸਿਆਸਤ ਹੈ ਉਹ ਹਮੇਸ਼ਾ ਪੰਜਾਬ ਦੀ ਸਿਆਸਤ 'ਤੇ ਹਾਵੀ ਰਹੀ ਹੈ। ਤੋ ਇੱਥੇ ਲੋਕਲ ਪਾਰਟੀ ਜਿਹੜੀ ਹੈਗੀ ਕੁਛ ਸੁਹਿਰਦ ਔਰ ਚੰਗੇ ਲੋਕਾਂ ਨਾਲ ਸਲਾਹ ਕਰਕੇ ਬਿਲਕੁਲ ਜਿਸ ਦਿਨ ਇਹ ਸਰਕਾਰ ਬਣਾਉਣਗੇ ਉਹਨਾਂ ਦੇ ਸਾਹਮਣੇ ਇੱਕ ਪਾਰਟੀ ਇਹੋ ਜਿਹੀ ਖੜੀ ਕਰਾਂਗੇ ਜਿਹਦੇ ਵਿੱਚ ਲੋਕ ਭਾਵੇਂ ਥੋੜ੍ਹੇ ਹੋਣ, ਭਾਵੇਂ ਮੈਂ ਇਕੱਲਾ ਹੀ ਹੋਵਾਂ, ਪਰ ਅਸੀਂ ਇਹਨਾਂ ਨੂੰ ਦੱਸ ਦਿਆਂਗੇ, ਕਿਉਂਕਿ ਮੈਂ 4 ਸਾਲ ਦਾ ਸੰਘਰਸ਼ ਕੀਤਾ ਹੈ ਅਤੇ ਇਹ ਬੜੇ ਕਮਜ਼ੋਰ ਅਤੇ ਬੁੱਧੀਹੀਨ ਲੋਕ ਹੈ, ਇਹਨਾਂ ਨਾਲ ਬੜੇ ਆਸਾਨੀ ਨਾਲ ਲੜਿਆ ਜਾ ਸਕਦਾ ਅਤੇ ਲੋਕ ਉੱਠਣਗੇ ਅਤੇ ਅਸੀਂ ਪਹਿਲੇ ਦਿਨ ਤੋਂ ਹਿਸਾਬ ਮੰਗਾਂਗੇ। ਜਿਸ ਦਿਨ ਇਹ ਸਹੁੰ ਚੱਕ ਕੇ ਪਹਿਲੀ ਕੈਬਨਿਟ ਮੀਟਿੰਗ ਕਰਨਗੇ ਉਸ ਦਿਨ ਹੀ ਪੁੱਛਾਂਗੇ ਵੀ ਜਿਹੜੇ ਵਾਅਦੇ ਕੀਤੇ ਉਹਨਾਂ ਬਾਰੇ ਦੱਸੋ। ਅੱਗੇ ਤਾਂ 4-4.5 ਸਾਲ ਬਾਅਦ ਪੁੱਛਦਾ ਇਹਨਾਂ ਨੂੰ ਕੋਈ, ਪਹਿਲਾਂ ਤਾਂ ਕੋਈ ਹੁੰਦਾ ਹੀ ਕੁਛ ਨਹੀਂ ਗਾ। ਅਸੀਂ ਹੁਣ ਉਦੋਂ ਪੁੱਛਾਂਗੇ ਕਿੱਥੇ ਲਿਆਓ ਫਰੀ ਦੀ ਬਿਜਲੀ, ਫਰੀ ਦਾ ਸਮਾਨ ਜਿਹੜਾ ਤੁਸੀਂ ਸਾਨੂੰ ਝੂਠੇ ਲਾਰੇ ਲਾ ਕੇ ਪੈਨਸ਼ਨਾਂ ਜੋ ਸੋ ਮੈਨੀ ਥਿੰਗਸ, ਅਤੇ ਉਹਦਾ ਜਵਾਬ ਮੰਗਾਂਗੇ ਅਸੀਂ। ਜਦੋਂ ਸਟਾਰਟਿੰਗ ਤੋਂ ਮੰਗਣਾ ਸ਼ੁਰੂ ਕਰ ਦਿਆਂਗੇ, ਕਮਜ਼ੋਰ ਸਰਕਾਰ ਹੋਊਗੀ, ਵੱਡੀ ਉਮੀਦ ਹੈ ਕਿ ਇਸ ਵਾਰ ਜਿਹੜਾ ਕੋਈ ਮੈਂਡੇਟ ਜਿਹੜਾ ਹੈਗਾ ਉਹ ਕੋਈ ਕਲੀਅਰ नहीं आ रहा। सेखों साहब, एक चीज़ है, पिछले 3-4 साल से विवादित खबरें भी काफ़ी निकली हैं। आप भी इस वक्त दाव ठोक चुके हो, चुनाव में खड़े इस वक्त लुधियाना से, और जो सबसे हॉटस्पॉट सीट मानी जा रही है अमृतसर ईस्ट, जहां नवजोत सिंह सिद्धू और विक्रमजीत सिंह मजीठिया के आप भी उनके सामने पूरी टक्कर का मुकाबला है। क्या कारण क्या है लुधियाने से भारत भूषण आशु के खिलाफ जाना? ਇਹ ਦੋਨੋਂ ਜਿਹੜੀਆਂ ਸੀਟਾਂ ਹੈਗੀਆਂ ਮੇਰੇ ਸੰਘਰਸ਼ ਨਾਲ ਕੰਸਰਨਡ ਹੈਗੀਆਂ। ਜਿਹੜਾ ਮੈਨੂੰ ਇੱਕ ਇਨਕੁਆਰੀ ਦੇ ਦੌਰਾਨ
ਸਜ਼ਾ ਭੁਗਤਣੀ ਪਈ ਠੀਕ ਕੰਮ ਕਰਕੇ। ਗਲਤ ਕਰਕੇ ਤਾਂ ਚਲੋ ਮਿਲਦੀ ਹੁੰਦੀ ਹੈ, ਠੀਕ ਕੰਮ ਕਰਕੇ ਭੁਗਤਣੀ ਪਈ। ਉਹਦਾ ਜ਼ਿੰਮੇਵਾਰ ਸਭ ਤੋਂ ਪਹਿਲਾਂ ਹੈਗਾ ਨਵਜੋਤ ਸਿੰਘ ਸਿੱਧੂ। ਉਹਨੇ ਇਨਕੁਆਇਰੀ ਮਾਰ ਕੀਤੀ ਸੀ, ਉਹਨੇ ਸਟਰੈਂਥ ਦਿੱਤੀ ਸੀ ਮੈਨੂੰ ਵੀ ਤੂੰ ਠੀਕ ਕੰਮ ਕਰ, ਮੈਂ ਤੇਰੇ ਨਾਲ ਖੜਾ, ਜੋ ਕਿ ਬਿਲਕੁਲ ਨਹੀਂ ਖੜਾ। ਬੜਾ ਹੀ ਨੀਵੇਂ ਕਿਰਦਾਰ ਦਾ ਘਟੀਆ ਆਦਮੀ ਹੈ, ਮੈਂ ਬਹੁਤ ਵਾਰ ਦੱਸ ਚੁੱਕਿਆ। ਪਰ ਅੱਜ ਵਿਸ਼ਾ ਇਹ ਨਹੀਂ ਹੈ ਮੇਰਾ। ਪਰਪਸ ਉਸ ਸਿੰਬੋਲਿਕ ਲੜਨ ਦਾ ਸੀ। ਉੱਥੇ ਵਿਕਰਮਜੀਤ ਸਿੰਘ ਮਜੀਠੀਆ ਵੀ ਚੋਣ ਲੜ ਰਿਹਾ। ਜੇ ਮੈਂ ਨਵਜੋਤ ਸਿੰਘ ਸਿੱਧੂ ਬਾਰੇ ਇਕੱਲਾ ਕਹਿਣਾ ਤਾਂ ਇਹ ਕਹਿੰਦੇ ਵੀ ਕਿਤੇ ਉਹਦੇ ਸਹਿਯੋਗ ਵਾਸਤੇ ਜਾਂ ਉਹਦੀ ਮਦਦ ਵਾਸਤੇ ਆਇਆ। ਤੇ ਮੈਂ ਤਾਂ ਕਹਿੰਦਾ ਇਸ ਵਾਰ ਮੌਕਾ ਹੈ ਉੱਥੋਂ ਦੇ ਲੋਕਾਂ ਕੋਲੇ, ਮਤਲਬ ਬਹੁਤ ਵੱਡੇ ਥੰਮ ਹਿੱਲ ਸਕਦੇ ਆ, ਆਪਣੀ ਬੁੱਧੀ ਦਾ ਇਸਤੇਮਾਲ ਕਰਨ। ਇਹ ਦੋਨੋਂ ਰਵਾਇਤੀ ਪਾਰਟੀਆਂ ਹੈਗੀਆਂ। ਜੇ ਕੋਈ ਆਜ਼ਾਦ ਬੰਦਾ ਚੰਗਾ ਉੱਥੇ ਖੜਾ, ਮੈਂ ਨਹੀਂ ਉੱਥੋਂ ਦਾ ਕਲੇਮ ਕਰਦਾ ਕਿ ਮੈਨੂੰ ਈਸਟ ਦੇ ਲੋਕ ਜਿਹੜੇ ਹੈਗੇ ਕਿ ਮੈਨੂੰ ਉੱਥੋਂ ਜਿਤਾ ਕੇ ਭੇਜ ਦੇਣਗੇ। ਤਾਂ ਮੈਂ ਸਿਰਫ ਇਹ ਕਹਿੰਦਾ ਕਿ ਵੋਟ ਉਹਨੂੰ ਪਾਓ ਜਿਹੜੀ ਕਿ ਮਤਲਬ ਇੱਕ ਮੌਕਾ ਹੈ ਤੁਹਾਡੇ ਕੋਲ ਦੋ ਰਵਾਇਤੀ ਪਾਰਟੀਆਂ ਨੂੰ ਹਾਰ ਦੇਣ ਦਾ, ਤੇ ਆਪਣੀ ਬੁੱਧੀ ਦੇ ਨਾਲ ਠੀਕ ਵੋਟ ਪਾਉਣ ਦਾ ਕਿਸੇ ਆਜ਼ਾਦ ਉਮੀਦਵਾਰ ਨੂੰ, ਜਾਂ ਜਿਹਨੂੰ ਵੀ ਉਹ ਠੀਕ ਸਮਝਦੇ ਹੋਣ। ਤਾਂ ਜਿਹੜਾ ਇੱਕ ਬਹੁਤ ਵੱਡਾ ਮੈਸੇਜ ਆਊਗਾ। ਜਿਹੜੇ ਇਹ ਸਾਰੇ ਥੰਮ ਡਿੱਗਣ ਵਾਲੇ ਹੋਏ ਪਏ ਆ, ਇਸ ਸਵਾਲ ਕਿ ਇਹਨਾਂ ਦੇ ਸਭ ਦੇ ਜਿਹੜੇ ਹੈਗੇ ਸਿੰਘਾਸਣ ਡੋਲੇ ਹੋਏ ਆ। ਕੋਈ ਵੀ ਅਥਾਰਟੀ ਜਿਹੜੀ ਹੈਗੀ ਹੈ, ਵੱਡੇ ਜਿਹੜੇ ਸੀਐਮ ਚੰਨੀ ਹੈ, ਦੋਨਾਂ ਸੀਟਾਂ ਤੋਂ ਅੱਜ ਦੀ ਡੇਟ ਵਿੱਚ ਹਾਰ ਰਿਹਾ। ਇਹ ਕੋਈ ਨਵੀਂ ਕਾਰ ਉਹ ਨਾ ਕਰ ਦੇਣ ਕੋਈ, ਠੀਕ ਹੈ। ਬਾਕੀ ਵੱਡੇ ਥੰਮ ਸੁਖਬੀਰ ਬਾਦਲ, ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਸਭ ਦੀਆਂ ਸੀਟਾਂ ਖਤਰੇ ਵਿੱਚ ਹੈਗੀਆਂ। ਤਾਂ ਇੱਕ ਸ਼ੁਭ ਸੰਕੇਤ ਹੈ ਕਿ ਇਹਨਾਂ ਨੂੰ ਜੇ ਖਤਰਾ ਹੋਇਆ ਤਾਂ ਪੰਜਾਬ ਦੇ ਲੋਕ ਜਾਗੇ ਹੋਏ ਇਸ ਤੋਂ ਦਿਖਾਈ ਦਿੰਦੇ ਆ। ਤੇ ਜੇ ਰਿਜ਼ਲਟ ਇਸ ਤਰ੍ਹਾਂ ਦੇ होंगे तो पंजाब का भविष्य चंगा रहेगा। सर किस तरह देख रहे हो, क्योंकि इस वक्त जो पंजाब का माहौल है काफ़ी गर्म हुआ है, मैदान इस वक्त पूरा गर्माया हुआ है। चाहे हम बात करें इस बार आम आदमी पार्टी भी आ चुकी है, जो उसकी हम बात कर रहे थे किसान आंदोलन की, तो किसान भी अपने नेता जो हैं उम्मीदवार यहाँ उतार चुके हैं इस मैदान में। किस तरह इस लड़ाई किस तरह आपको लग रही है? कुछ नहीं जी, लोगों वास्ते नहीं लड़ाई, इन्हों की अपनी हैगी है। अपने ਜਿਹੜੇ ਵੀ ਮਤਲਬ ਜਿੱਤਣਗੇ ਆਜ਼ਾਦ ਲੋਕਾਂ ਨੂੰ ਛੱਡ ਕੇ, ਠੀਕ ਹੈ, ਉਹ ਸਾਰੇ ਉਹੀ ਲੋਕ ਹੋਣਗੇ ਜਿਹੜੇ ਇਹਨਾਂ ਦੀ ਪਾਰਟੀਆਂ ਤੋਂ ਚੇਂਜ ਹੋ ਕੇ ਗਏ ਆ। ਅਬਾਊਟ ਮੇਰੇ ਖਿਆਲ 60% ਕੈਂਡੀਡੇਟ ਜਿਹੜੇ ਹੈਗੇ ਆਮ ਆਦਮੀ ਪਾਰਟੀ ਨੇ ਕਾਂਗਰਸ ਚੋਂ, ਅਕਾਲੀਆਂ ਚੋਂ, ਹੋਰ ਪਾਰਟੀਆਂ ਚੋਂ ਲੈ ਕੇ ਖੜੇ ਕੀਤੇ ਆ। ਤਾਂ ਉਹਨਾਂ ਦੇ ਬੇਸਿਕ ਕਰੈਕਟਰ ਥੋੜ੍ਹਾ ਚੇਂਜ ਹੋ ਗਏ। ਜਿਹੜੇ ਕੱਲ੍ਹ ਪੰਜਾਬ ਦੀ ਬਰਬਾਦੀ ਵਿੱਚ ਜ਼ਿੰਮੇਵਾਰ ਸੀ ਉਹ ਅੱਗੇ ਵੀ ਹੋਣਗੇ। ਪਰਸੋਂ ਸ਼ਾਇਦ ਨਰਿੰਦਰ ਮੋਦੀ ਜਿਹੜੇ ਹੈਗੇ ਤਕਰੀਰ ਕਰ ਰਹੇ ਸੀਗੇ ਕਿ ਕਾਂਗਰਸ ਨੇ 5 ਸਾਲ ਵਿੱਚ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ, ਤੇ ਕੈਪਟਨ ਅਮਰਿੰਦਰ ਸਿੰਘ ਨਾਲ ਦੀ ਸੀਟ 'ਤੇ ਬੈਠਾ ਸੀ ਬੀਜੇਪੀ ਵਾਲਾ ਚਿਹਰਾ ਲੈ ਕੇ, ਤੇ ਉਹ 4.5 ਸਾਲ ਤਾਂ ਉਹਨੇ ਰਾਜ ਕੀਤਾ। तो मतलब पोलिटिकल लोग देखते भी नहीं, मतलब इन्नी अकल भी नहीं करते भी गल कर रहे हैं। तो कुछ लोग इनू जाग के वेख भी रहे। 5 साल का जिन्हें बेड़ा कर किया ਉਹਦਾ ਨਾਲ तेरे नाल बैठा सीट ते, ਤੇ तू की दस रहे लोगों को? कोई लोग इन्ने मूर्ख है पंजाब के लोग। तो ये सारे लोग ਜਿਹੜੇ ਹੈਗੇ ਇਕੱਠੇ ਨੇ, ਕੋਈ ਇਹਨਾਂ 'ਤੇ ਇਤਬਾਰ ਕਰਨ ਦੀ ਲੋੜ ਨਹੀਂ ਹੈਗੀ। ਅਸੀਂ ਆਪਣਾ ਬਹੁਤ ਕੁ ਨੁਕਸਾਨ ਕਰ ਲਿਆ, ਜਵਾਨੀਆਂ ਗਵਾ ਲਈਆਂ, ਬੱਚੇ ਗਵਾ ਲਏ, ਸਾਰੀ ਆਪਣੀ ਵੈਲਥ ਜਿਹੜੀ ਸੀਗੀ ਇੱਥੋਂ ਦੀ, ਪਾਣੀ ਹੈਗੇ ਸੀਗੇ, ਹਰ ਚੀਜ਼ ਜਿਹੜੀ ਅਸੀਂ ਇਹਨਾਂ ਦੇ ਪੋਲੀਟੀਕਲ ਸਿਸਟਮ ਦੇ ਥੱਲੇ ਆ ਕੇ ਆਪਣੀ ਬਰਬਾਦ ਕਰ ਲਈ ਹੈ। ਆਪਣੀ ਆਉਣ ਵਾਲੀ ਜਨਰੇਸ਼ਨ ਵਾਸਤੇ ਅਸੀਂ ਬਿਲਕੁਲ ਖਾਲੀ ਕਰ ਦਿੱਤਾ ਪੰਜਾਬ। ਜਿਨ੍ਹਾਂ ਕੋਲ ਬਾਹਰ ਜਾਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੈਗਾ, ਇੱਥੇ ਕਿਸੇ ਤਰ੍ਹਾਂ ਦਾ ਇਨਵਾਇਰਨਮੈਂਟ ना कोई सिक्योरिटी वाइज, ठीक है। नवजोत सिंह सिद्धू पंजाब मॉडल की बात कर रहे हैं और आम आदमी पार्टी दिल्ली मॉडल लाने की यहाँ पंजाब में बात कर रही है। किस तरह देखो नवजोत सिंह सिद्धू युवाओं के लिए कह रहे हैं कि हाँ उन्हें नौकरियाँ दी जाएंगी, ये कुछ दिया जाएगा। किस तरह देखो नवजोत सिंह सिद्धू अपने ही पंजाब मॉडल लेकर आने को तैयार हैं? सरकार की सी जी पिछले 5 साल नवजोत सिंह सिद्धू ਨੂੰ ਡਾਕਟਰ ਨੇ ਦੱਸਿਆ ਸੀਗਾ ਕਿ ਉਹ ਦੁਬਾਰਾ ਮਿਨਿਸਟਰੀ ਜੁਆਇਨ ਨਹੀਂ ਕੀਤੀ ਉਹਨੇ। ਬਿਜਲੀ ਮਹਿਕਮੇ ਦੇ ਵਿੱਚ ਕਿੱਡੇ ਵੱਡੇ ਘਟਾਲੇ ਸੀ, ਕੀ ਕੁਛ ਸੀਗਾ। ਹੁਣ ਕਿਹਨੇ ਕਿਹਾ ਸੀ ਉਹ ਜੁਆਇਨ ਨਾ ਕਰੇ? ਫਿਰ 2.5 ਸਾਲ ਚੁੱਪ ਕਰਕੇ ਬੈਠਾ ਰਿਹਾ ਉਹ, ਤੇ ਹੁਣ ਗੱਲਾਂ ਕਰਦਾ ਮਾਡਲ ਚੇਂਜ ਕਰਨੀ ਹੈ। ਪਹਿਲਾਂ ਜੇ ਤਾਂ ਸਰਕਾਰ ਇਹ ਦੂਜੇ ਤਾਂ ਕਹਿਣ, ਕੋਈ ਨਵੇਂ ਕਹਿਣ, ਆਪ ਵਾਲੇ ਕਹਿਣ ਤਾਂ ਗੱਲ ਮੰਨੀ। ਤੇ ਜੇ ਨਵਜੋਤ ਸਿੰਘ ਸਿੱਧੂ ਕਹਿੰਦਾ ਮਾਡਲ ਲੈ ਕੇ ਆਉਣਾ, ਸਰਕਾਰ ਉਹਨਾਂ ਦੀ ਹੈਗੀ ਹੈ, ਤੇ ਫਿਰ ਇਹਨਾਂ ਨੂੰ ਮਾਡਲ ਦੇਈ ਜਾਵਾਂਗੇ, ਇਹੀ ਦੇਖਣਗੇ ਸਾਰਾ ਕੁਛ, ਹੋਰ ਲੋਕ ਨਹੀਂ ਹੈਗੇ। ਇਹਨਾਂ ਨੇ ਆਪਣਾ ਕਰੈਕਟਰ ਦਿਖਾ ਦਿੱਤਾ। ਨਵਜੋਤ ਸਿੰਘ ਸਿੱਧੂ ਇਹਨਾਂ ਸਿਆਸਤਦਾਨਾਂ ਦੀ ਭੀੜ ਵਿੱਚੋਂ ਸਭ ਤੋਂ ਨੀਵੇਂ ਚਿਹਰਾ ਹੈ, ਨੀਵੇਂ ਕਿਰਦਾਰ ਦਾ ਮਾਲਕ ਹੈ ਤਾਂ ਸਾਰੇ ਇੱਕੋ ਜਿਹੇ, ਪਰ ਇਹ ਸਭ ਤੋਂ ਹੀ ਮਤਲਬ ਇਹਦੀ ਹਾਲਤ ਮਾੜੀ। ਇਹਨੇ ਝੂਠ ਮਾਰ ਕੇ ਨੇ ਇੱਕ ਚੰਗਾ ਕੰਮ ਕੀਤਾ ਕਿ ਕਾਂਗਰਸ ਪਾਰਟੀ ਦਾ ਜੋ ਬੇੜਾ ਕਰਕੇ ਨੇ ਕੀਤਾ, ਉਹ 'ਚ ਨਵਜੋਤ ਸਿੰਘ ਸਿੱਧੂ ਦਾ 100% ਯੋਗਦਾਨ ਹੈ। ਅਤੇ ਪੰਜਾਬ ਦੇ ਲੋਕਾਂ ਦਾ ਭਲਾ ਹੈ। ਭਸਮਾਸੁਰ ਇੱਕ ਰਾਖਸ਼ ਹੈ ਜਿਹੜਾ ਖਾ ਵੀ ਲੈਂਦਾ ਸਭ ਨੂੰ ਅਤੇ ਆਪ ਵੀ ਭਸਮ ਹੋ ਜਾਂਦਾ ਹੈ। ਅਤੇ ਇਹ ਕਾਂਗਰਸ ਪਾਰਟੀ ਨੂੰ ਭਸਮ ਕਰਕੇ ਖੁਦ ਭਸਮ ਹੋ ਗਿਆ। ਇਸ ਕਰਕੇ ਮੈਂ ਇਹਦਾ ਧੰਨਵਾਦੀ ਵੀ ਹਾਂ, ਪ੍ਰਮਾਤਮਾ ਇਹਦੇ 'ਤੇ ਮਿਹਰ ਰੱਖੇ ਕਿ ਇਹਨੇ ਇੱਕ ਬਹੁਤ ਵਧੀਆ ਕੰਮ ਕੀਤਾ। ਅਤੇ ਬਾਕੀ ਜਿਹੜੀ ਇਲੈਕਸ਼ਨ ਦਾ ਟਾਈਮ ਹੈ ਅਤੇ ਹੁਣ ਆਉਣ ਵਾਲੇ ਸਮੇਂ 'ਚ ਲੋਕ ਜਾਗੇ ਹੋਏ, ਸਿੰਘਾਸਣ ਸਾਹਿਬ ਦੇ ਡੋਲੇ ਹੋਏ ਹੈ, ਤਾਂ ਦੇਖਦੇ हैं की रिजल्ट आएंगे। धन्यवाद। तो मेरे साथ है बलविंदर सिंह सेको जो पूर्व DSP भी थे, जिन्होंने लोगों से बस ये गुजारिश की है कि वो अपनी जो वोट है वो 70 से 80% तक डालें। हर एक जो मतदाता है वो वोट डाले, लोगों को जो अपनी सरकार नहीं चाहते हैं, नई वादों पर नई सरकार बनाए। मैं अभिषेक मंडल न्यूज़ 24 चंडीगढ़।